ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋ ਗਏ। ਡਾਕਟਰ ਨਾਜ਼ ਜਿਨ੍ਹਾਂ ਦੇ ਉੱਤੇ ਜਿੰਨਾ ਨਾਜ਼ ਕਰੀਏ ਉਹਨਾਂ ਘੱਟ ਹੈ, ਕਿਉਂਕਿ ਡਾਕਟਰ ਨਾਜ਼ ਇਹਨਾਂ ਦੇ ਬਾਰੇ ਮੈਂ ਜੀਵਨ 'ਚ ਜਿਵੇਂ ਜਾਣਿਆ ਕਿ ਜ਼ਿੰਦਗੀ ਦੀ ਕੋਈ ਗੁੰਝਲ, ਚਾਹੇ ਉਹ ਪੋਲੀਟੀਕਲ ਹੈ, ਰਾਜਨੀਤਿਕ ਹੋਵੇ ਜਾਂ ਫਿਰ ਉਹ ਸਮਾਜਿਕ ਹੋਵੇ ਜਾਂ ਧਾਰਮਿਕ ਹੋਵੇ, ਜਿਹਦਾ ਜਵਾਬ ਸਾਨੂੰ ਨਹੀਂ ਮਿਲਦਾ, ਡਾਕਟਰ ਨਾਜ਼ ਬੜਾ ਬਾਖੂਬੀ ਉਹਦਾ ਜਵਾਬ ਸਾਨੂੰ ਢੂੰਡ ਕੇ ਦਿੰਦੇ ਨੇ। ਕਿਉਂਕਿ ਉਹਨਾਂ ਨੇ ਇੱਕ ਤਾਂ ਜੀਵਨ ਦਾ ਤਜਰਬਾ ਹੁੰਦਾ, ਲੰਬਾ ਜੀਵਨ ਦਾ ਤਜਰਬਾ, ਉਹਨਾਂ ਸੰਘਰਸ਼ਮਈ ਜੀਵਨ ਦਾ ਤਜਰਬਾ ਹੰਢਾਇਆ ਹੈ। ਦੂਸਰਾ ਜਿਹੜੀ ਉਹਨਾਂ ਦੇ ਵਿਦਿਆ ਦਾ ਖੇਤਰ ਹੈ ਉਹ ਖਾਸ ਕਰਕੇ ਜਿਹੜੀ ਕੰਪੈਰੇਟਿਵ ਸਟੱਡੀ ਹੈ ਉਹ। ਔਰ ਮੈਂ ਕਿਤੇ ਜ਼ਿਕਰ ਵੀ ਕੀਤਾ ਸੀ, ਇੱਕ ਆਰਟੀਕਲ ਡਾਕਟਰ ਨਾਜ਼ ਦੇ ਨਾਂ 'ਤੇ ਕਿਤੇ ਲਿਖਿਆ ਸੀਗਾ, ਉਹ ਬੁੱਕ ਵਿੱਚ ਵੀ ਆਇਆ ਬਾਅਦ ਵਿੱਚ, ਕਿ ਸਾਡੇ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਨੇ ਕਈ ਵਾਰ ਉਹ ਆਪਣੀ ਕਥਾ ਕਰਦਿਆਂ ਮਸਲਿਆਂ ਨੂੰ ਇੰਨਾ ਉਲਝਾ ਦਿੰਦੇ ਨੇ ਕਿ ਅੱਗੇ ਬਹਿ ਕੇ ਵਾਹਿਗੁਰੂ ਕਹਿਣ ਤੋਂ ਸਿਵਾ ਹੋਰ ਕੋਈ ਸਾਡੇ ਕੋਲ ਉਹਦਾ ਜਵਾਬ ਸਹੀ ਨਹੀਂ ਹੁੰਦਾ। ਅਤੇ ਜਦੋਂ ਅਸੀਂ ਉਲਝ ਜਾਂਦੇ ਹਾਂ ਤਾਂ ਫਿਰ ਡਾਕਟਰ ਨਾਜ਼ ਵਰਗੇ ਵਿਦਵਾਨ ਸਾਨੂੰ ਸਹੀ ਰਾਹ ਦਿਖਾਉਂਦੇ ਨੇ ਕਿ ਅਸਲ ਵਿੱਚ ਗੁਰੂ ਸਾਹਿਬਾਂ ਦਾ ਜੀਵਨ ਹੈ ਕੀ ਅਤੇ ਉਹਨਾਂ ਦੀ ਸਿੱਖਿਆ ਹੈ ਕੀ ਸੀਗੀ। ਸੋ ਅੱਜ ਕਿਉਂਕਿ ਇੱਕ ਤਾਂ ਕੈਲੰਡਰ ਨੇ ਬੜਾ ਭਰਮ ਭੁਲੇਖੇ ਪਾਏ ਹੋਏ ਆ, 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਆਉਣ ਵਾਲਾ ਹੈ, ਡੇਟਾਂ ਹਰ ਵਾਰੀ 2 ਆ ਜਾਂਦੀਆਂ ਨੇ। ਕੋਈ ਗੱਲ ਨਹੀਂ, ਅਸੀਂ ਗੁਰੂ ਸਾਹਿਬਾਂ ਨੂੰ ਯਾਦ ਕਰਨਾ ਕਿਸੇ ਦਿਨ ਵੀ ਕਰ ਸਕਦੇ ਹਾਂ, ਹਮੇਸ਼ਾ ਕਰਨਾ ਚਾਹੀਦਾ। ਜਨਮ ਦਿਨ, ਗੁਰਪੁਰਬ ਤੇ ਵਾਲੇ ਦਿਨ ਖਾਸ ਨਹੀਂ। ਸੋ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਅਸੀਂ ਗੱਲਬਾਤ ਕਰਨੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੀਵਨ ਬਾਰੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ। ਧੰਨਵਾਦ ਤੁਹਾਡਾ ਜੀ ਹਰਜੀਤ ਜੀ। ਮੈਂ ਤੇ ਤੁਹਾਡੇ ਨਾਲ ਬਹੁਤ ਹੀ ਸਾਲਾਂ ਦੇ ਨਾਲ ਜੁੜਿਆ ਹੋਇਆ ਅਤੇ ਜਦੋਂ ਤੁਸੀਂ ਹੁਕਮ ਕਰਦੇ ਹੋ ਮੈਂ ਉੱਥੇ ਹਾਜ਼ਰ ਹੋ ਜਾਂਦਾ, ਭਾਵੇਂ ਕੋਈ ਵੀ ਕੰਮ ਹੋਵੇ। ਇੱਕ ਗੱਲ ਬੜੀ ਹੀ ਆਪਾਂ ਕਮਿੰਗ ਟੂ ਦਾ ਪੁਆਇੰਟ ਇਹ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਅੱਜ ਦਿਹਾੜਾ ਹੈ ਬੜਾ ਪਵਿੱਤਰ ਹੈਗਾ। ਡੇਟਸ ਸਾਡੇ ਕੋਲ ਜਿਹੜੀਆਂ ਨਾਨਕਸ਼ਾਹੀ ਕੈਲੰਡਰ ਦੇ ਵਿੱਚ ਸਾਡੇ ਕੌਨਫਲਿਕਟ ਹੈਗੇ, ਉਹਨਾਂ ਨਾਲ ਥਾਂ ਹੁੰਦੀਆਂ ਰਹਿੰਦੀਆਂ, ਪਰ ਇਸ ਗੱਲ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ ਕਿ ਗੁਰੂ ਜੀ ਜਿਹੜੇ ਆ ਉਹਨਾਂ ਨੇ ਜਨਮ ਲਿਆ ਇਹਨਾਂ ਹੀ ਦਿਨਾਂ 'ਚ। 1-2 ਦਿਨਾਂ ਦੇ ਵਿੱਚ ਇਹ ਫਰਕ ਵੀ ਹੋ ਜਾਂਦਾ ਅਤੇ ਕੋਈ ਗੱਲ ਨਹੀਂ ਹੈਗੀ। ਜਿਹੜੀ ਅੱਜ ਦਾ ਸਾਡਾ ਕੈਲੰਡਰ ਹੈਗਾ, ਜਿਹਨੂੰ ਅਸੀਂ ਜੂਲੀਅਨ ਕੈਲੰਡਰ ਕਹਿੰਦੇ, ਇਹ 'ਚ ਗੜਬੜ ਹੈਗੀ ਹੈ। ਜਿੱਦਾਂ ਆਰਥੋਡਾਕਸ ਚਰਚ ਵਾਲੇ ਜਿਹੜੇ ਆ ਉਹਨਾਂ ਨੇ 10 ਜਨਵਰੀ ਨੂੰ ਮਨਾਉਣਾ ਜੀਸਸ ਕ੍ਰਾਈਸਟ ਦਾ ਜਿਹੜਾ ਆਪਾਂ ਕਹਿੰਦੇ ਕ੍ਰਿਸਮਸ ਡੇ, ਬਟ ਦੈਟ ਡਜ਼ਨਟ ਮੀਨ, ਇਹਦਾ ਮਤਲਬ ਇਹ ਹੀ ਆ ਕਿ ਕਮ ਅਜ਼ ਕਮ ਇੱਦਾਂ ਦੀਆਂ ਹਸਤੀਆਂ ਪੈਦਾ ਤਾਂ ਹੋਈਆਂ ਨਾ। ਅਤੇ ਗੁਰੂ ਗੋਬਿੰਦ ਸਿੰਘ ਜੀ ਅਸੀਂ ਇਹ ਕਹਾਂਗੇ ਕਿ 1666 ਦੇ ਵਿੱਚ ਉਹਨਾਂ ਨੇ ਜਨਮ ਪਟਨੇ ਦੇ ਵਿੱਚ ਰਿਹਾ। ਬਹੁਤ ਸਾਰੇ ਲੋਕਾਂ ਨੇ ਇਹ ਬੜੀ ਅਜੀਬ ਜਿਹੀ ਗੱਲ ਲੱਗੀ ਕਿ ਪੰਜਾਬ 'ਚ ਰਹਿੰਦਿਆਂ ਉਹ ਪਟਨਾ ਕਿਵੇਂ ਚਲੇ ਗਏ। ਅਤੇ ਅਸੀਂ ਮੇਰਾ ਖਿਆਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਦਾ ਉੱਥੇ ਜਾਣਾ, ਗੁਰੂ ਤੇਗ ਬਹਾਦਰ ਜੀ ਦਾ ਉੱਥੇ ਜਾਣਾ ਇੱਕ ਬਹੁਤ ਵੱਡੀ ਐਕਸਡਸ ਆ, ਜਾਂ ਇੱਕ ਵੱਡਾ ਕੀ ਕਹਿਣਾ ਚਾਹੀਦਾ ਪ੍ਰਵਾਸ ਆ, ਜਿਹਦੇ ਵਿੱਚ ਉਹ ਉੱਥੇ ਰਹਿਣ ਲੱਗ ਪਏ। ਅਤੇ ਉੱਥੇ ਉਹਨਾਂ ਨੇ ਇਹ ਉਹੀ ਉਦਾਸੀਆਂ ਜਾਂ ਉਹੀ ਸਥਾਨ ਸੀ ਜਿਹੜੇ ਗੁਰੂ ਨਾਨਕ ਦੇਵ ਜੀ ਨੇ ਕਾਇਮ ਕੀਤੇ। ਅਤੇ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਬਰਥਡੇ ਆ, ਉੱਥੇ ਹੀ ਉਹ ਪੈਦਾ ਹੋਏ ਅਤੇ ਉੱਥੇ ਹੀ ਉਹ ਅਸੀਂ ਮਹਿਸੂਸ ਕਰਦੇ ਕਿ 7 ਤੋਂ 8 ਜਾਂ 8 ਤੋਂ 10 ਸਾਲ ਦੇ ਅੰਦਰ ਉਹ ਉੱਥੇ ਰਹੇ ਅਤੇ ਮੁੜ ਕੇ ਫਿਰ ਅਨੰਦਪੁਰ ਆ ਕੇ ਸੈਟਲ ਹੋਏ ਜੀ। ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਸਥਾਈ ਤੌਰ 'ਤੇ ਸ਼ਾਇਦ ਪਟਨਾ ਨਹੀਂ ਸੀ, ਪਰਿਵਾਰ ਉੱਥੇ ਸੀਗਾ। ਅਤੇ ਜਦੋਂ ਗੁਰੂ ਸਾਹਿਬ ਦਾ ਜਨਮ ਹੁੰਦਾ, ਇਤਿਹਾਸ ਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ 9ਵੀਂ ਪਾਤਸ਼ਾਹੀ ਨੇ ਉਹ ਅਸਾਮ ਦੇ ਦੌਰੇ 'ਤੇ ਗਏ ਹੋਏ ਸੀਗੇ ਸ਼ਾਇਦ। ਉਹਨਾਂ ਨੇ ਵੀ ਗੁਰੂ ਸਾਹਿਬ ਨੂੰ ਕਾਫੀ ਦੇਰ ਬਾਅਦ ਆ ਕੇ ਦੇਖਿਆ ਸੀਗਾ। ਇਹਦੇ 'ਚ ਕੋਈ ਝੂਠ ਨਹੀਂ, ਕਿਉਂਕਿ ਉਹਨਾਂ ਨੇ ਉਹ ਸਾਰਾ ਬੰਗਾਲ, ਅਸਾਮ, ਬਰਮਾ ਇੱਧਰਲਾ ਏਰੀਆ ਬੜਾ ਕਵਰ ਕੀਤਾ ਔਰ ਸ਼ਾਂਤੀਪੂਰਵਕ ਆਪਣਾ ਜਿਹੜਾ ਪੈਗਾਮ ਸੀਗਾ ਗੁਰੂ ਜੀ ਦਾ, ਪਹਿਲੇ ਗੁਰੂ ਤੋਂ ਲੈ ਕੇ ਉਹ ਐਸਟੈਬਲਿਸ਼ ਕਰਦੇ ਰਹੇ। ਉਹ ਦੱਸਦੇ ਰਹੇ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂਸ਼ਿਪ ਸੀ ਉਸੇ ਦੀ ਹੀ ਬਾਣੀ ਦਾ ਅਸੀਂ ਪ੍ਰਚਾਰ ਕਰਦੇ ਜੀ। ਜਿੱਥੇ ਇੱਕ ਪਾਸੇ ਧਰਮ ਦਾ ਗਿਆਨ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਪ੍ਰਚਾਰ ਲੈ ਕੇ ਜਾਂਦੇ ਰਹੇ, ਉੱਥੇ ਨਾਲ ਦੀ ਨਾਲ ਕਿਹਾ ਜਾਂਦਾ ਹੈ ਕਿ ਲੋਕਾਂ ਦੇ ਵਿੱਚ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਕਿ ਜਿਹੜੀ ਬਹੁਤ ਜਾ ਕੇ ਉਹਨਾਂ ਦੀ ਸ਼ਹੀਦੀ ਦਾ ਵੀ ਕਾਰਨ ਬਣੀ, ਔਰ ਇੱਕ ਬੜਾ ਵੱਡਾ ਇੱਕ ਇਤਿਹਾਸ ਸਿਰਜਿਆ ਗਿਆ ਭਾਰਤ ਵਿੱਚ ਕਿ ਅਸੀਂ ਜਿਹੜੇ ਵਿਚਾਰਾਂ ਦੀ ਆਜ਼ਾਦੀ ਆ, ਧਰਮ ਦੀ ਆਜ਼ਾਦੀ ਆ, ਧਰਮ ਨੂੰ ਮੰਨਣ ਦੀ ਆਜ਼ਾਦੀ ਆ, ਰਹਿਣ ਦੀ ਆਜ਼ਾਦੀ ਆ,
ਪਹਿਨਣ ਦੀ ਆਜ਼ਾਦੀ ਆ, ਖਾਣ ਪੀਣ ਦੀ ਆਜ਼ਾਦੀ ਆ, ਉਹਦੇ ਤੇ ਪਹਿਰਾ ਦਿੱਤਾ ਗੁਰੂ ਸਾਹਿਬ ਨੇ। ਜਿਹੜੀ ਅੱਜ ਦੇ ਯੁੱਗ ਵਿੱਚ ਡੈਮੋਕ੍ਰੇਟਿਕ ਏਜ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਉਹ ਇੰਨੇ 100 ਸਾਲ ਪਹਿਲਾਂ ਉਹਨਾਂ ਦੇ ਵਾਸਤੇ ਦਿੱਤੀ ਹੋਈ ਇੱਕ ਵੱਡੀ ਕੁਰਬਾਨੀ ਆ। ਜੀ ਇਹਦੇ 'ਚ ਕੋਈ ਝੂਠ ਨਹੀਂ ਹੈਗਾ ਹਰਜੀਤ ਸਿੰਘ ਜੀ ਗਿੱਲ ਸਾਹਿਬ, ਕਿ ਦੇਖੋ ਥਾਟ ਪੈਟਰਨ ਜਿਹੜਾ ਨਾ, ਫਿਲੋਸਫੀ ਆਫ ਲਾਈਫ, ਇਹ ਸਮੇਂ ਦੇ ਨਾਲ ਜ਼ਰੂਰ ਬਦਲਦੀ ਹੈ। ਮੈਂ ਸੋਚਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਪ੍ਰਚਾਰ ਸੀਗਾ, ਉਹ ਸਾਰੇ ਦਾ ਸਾਰਾ ਇੱਕ ਉਸੇ ਬਾਬੇ, ਉਸ ਖੁਦਾਏ ਦੇ ਨਾਲ ਮੇਲ ਦੀ ਗੱਲ ਸੀ। ਉਹਨਾਂ ਦਾ ਕੋਈ, ਬੇਸ਼ੱਕ ਉਹ ਸਖਤ ਖਿਲਾਫ ਸੀ ਜਿਹੜਾ ਜ਼ੁਲਮ ਮੁਗਲਾਂ ਨੇ ਕੀਤਾ, ਉਹਦੇ ਉਹ ਸਖਤ ਖਿਲਾਫ ਸੀ, ਵਿਰੋਧਤਾ ਵੀ ਕਰਦੇ ਰਹੇ, ਇਹਦੇ 'ਚ ਕੋਈ ਝੂਠ ਨਹੀਂ ਹੈ। ਪਰ ਉਹਨਾਂ ਦੀ ਬਾਣੀ ਦੇ ਵਿੱਚ ਕੋਈ ਐਸਾ ਕਨਸੈਪਟ ਨਹੀਂ ਸੀ ਜਿਹਦੇ ਵਿੱਚ ਸਿੱਖ ਰਾਜ ਦਾ ਜਾਂ ਸਿੱਖ ਕੌਮ ਦਾ ਇੱਕ ਐਸਾ ਪਹਿਲੂ ਨਜ਼ਰ ਆਏ ਜਿਹਨੂੰ ਤੁਸੀਂ ਮੀਰੀ ਤੇ ਪੀਰੀ ਕਹਿ ਲਓ। ਈਵਨ ਗੁਰੂ ਅਰਜਨ ਦੇਵ ਜੀ, ਅਸੀਂ ਦੇਖਦੇ ਕਿ ਉਹਨਾਂ ਦੀ ਸ਼ਹੀਦੀ ਜਿਹੜੀ ਹੈ ਇਸ ਤਰ੍ਹਾਂ ਜਿੱਦਾਂ ਇੱਕ ਪਾਕ ਮੇਮਨੇ ਨੂੰ, ਇੱਕ ਪਾਕ ਆਦਮੀ ਨੂੰ ਕੋਹ ਦਿੱਤਾ ਜਾਏ ਤੇ ਉਹਨਾਂ ਨੂੰ ਤੱਤੀ ਤਵੀ ਤੇ ਬਹਾ ਕੇ ਸ਼ਹੀਦ ਕੀਤਾ ਜਾਏ। ਪਰ ਹੈਰਾਨੀ ਉਸੇ ਸਿਸਟਮ ਦੇ ਵਿੱਚੋਂ ਨਿਕਲਦੀ ਨਾ ਹਰ ਇੱਕ ਚੀਜ਼। ਸਿਸਟਮ ਇਹ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ, ਜਿਹੜੇ ਉਹਨਾਂ ਦੇ ਸ਼ਹਿਜ਼ਾਦੇ ਸੀ, ਬੱਚੇ ਸੀ, ਉਹਨਾਂ ਨੇ ਇਸ ਮੀਰੀ ਔਰ ਪੀਰੀ ਨੂੰ ਮੋੜ ਦੇ ਕੇ ਸਿੱਖ ਕੌਮ ਦੇ ਵਿੱਚ ਪਹਿਲੀ ਦਫਾ ਇਸ ਚੀਜ਼ ਨੂੰ ਐਸਟੈਬਲਿਸ਼ ਕੀਤਾ ਕਿ ਸਿੱਖ ਸਿਰਫ ਪੀਰੀ ਦਾ ਹੀ ਪੁਜਾਰੀ ਨਹੀਂ ਹੈ, ਉਹ ਮੀਰੀ ਦਾ ਵੀ ਅਹਿਲਕਾਰ ਹੈ। ਔਰ ਇਹ ਇੱਕ ਬੜਾ ਵੱਡਾ ਮੋੜ ਸੀ, ਇੱਕ ਡਾਕਟਰਨ ਸੀਗਾ ਕਿ ਜਿਹੜੀ ਦੇਰ ਤੋਂ ਜਿਹੜੀ ਭਗਤੀ ਮੂਵਮੈਂਟ ਚੱਲੀ ਆ ਰਹੀ ਸੀ, ਭਗਤੀ ਦੇ ਵਿੱਚ ਜੇ ਸ਼ਕਤੀ ਨਹੀਂ ਹੈਗੀ, ਇੱਦਾਂ ਕਹਿ ਲਓ, ਤੇ ਭਗਤੀ ਆਪਣੇ ਆਪ ਦੇ ਵਿੱਚ ਸ਼ਕਤੀ ਜੇ ਉਹਦੇ ਵਿੱਚ ਹੈ ਨਹੀਂ ਤਾਂ ਭਗਤੀ ਦਾ ਕੋਈ ਮੂਲ ਜਾਂ ਅੰਸ਼ ਨਹੀਂ ਬਣਦਾ। ਤੇ ਮੈਂ ਇਹ ਕਹੂੰਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪਹਿਲੇ ਗੁਰੂ ਸੀ ਜਿਨ੍ਹਾਂ ਨੇ ਇਹ ਫਾਊਂਡੇਸ਼ਨ ਸਟੋਨ ਰੱਖਿਆ, ਇੱਕ ਨੀਂਹ ਪੱਥਰ ਰੱਖਿਆ ਕਿ ਦੇਖੋ ਭਗਤੀ ਦੇ ਨਾਲ ਇੱਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹਨਾਂ ਨੇ, ਤੁਹਾਨੂੰ ਪਤਾ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਘੋੜਸਵਾਰੀ ਤੇ ਸ਼ਸਤਰਾਂ ਦਾ ਇਸਤੇਮਾਲ ਕਰਨਾ, ਗੱਤਕਾ ਖੇਲਣਾ, ਇਹ ਸਾਰੀ ਇਸ ਤਰ੍ਹਾਂ ਕਹਿ ਲਓ ਕਿ ਇੱਕ ਸਿੱਖ ਕੌਮ ਦੇ ਵਿੱਚ ਇੱਕ ਰਿਵਾਈਵਲਿਜ਼ਮ ਪੈਦਾ ਹੋ ਗਿਆ। ਉਹਨਾਂ ਦੇ ਜਿਹੜੇ ਸ਼ਰਧਾਲੂ ਸੀ ਕਿ ਯੈਸ, ਗੁਰੂ ਜੀ ਨੇ ਆ ਵੀ ਲੜਾਈਆਂ ਲੜੀਆਂ ਉੱਥੇ, ਗੁਰੂ ਹਰਗੋਬਿੰਦ ਸਾਹਿਬ ਹੋਰਾਂ ਨੇ ਮੁਗਲਾਂ ਦੇ ਨਾਲ। ਤੇ ਇਸ ਲਈ ਉਹ ਸ਼ਕਤੀ ਕਾਇਮ ਕਰਨ ਦੇ ਵਿੱਚ ਇੱਥੇ ਇੱਕ ਵੱਡਾ ਮੋੜ ਤੁਹਾਨੂੰ ਤੁਸੀਂ ਦੇਖਦੇ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਦੇ 6ਵੇਂ ਪਾਤਸ਼ਾਹੀ ਦੇ ਵਿੱਚ, ਜਿਹੜਾ ਸਾਡੇ ਸਾਹਮਣੇ ਨਿਖਰ ਕੇ ਸਾਹਮਣੇ ਆਉਂਦਾ। ਅੱਛਾ, ਤੁਸੀਂ ਤਾਂ ਡਾਕਟਰ ਸਾਹਿਬ ਧਰਮਾਂ ਦੇ ਉੱਤੇ ਕਾਫੀ ਗਹਿਰ ਗੰਭੀਰ ਸਟੱਡੀ ਵੀ ਕੀਤੀ ਹੋਈ ਆ, ਵੱਖ-ਵੱਖ ਧਰਮਾਂ ਦੀ ਫਿਲਾਸਫੀ ਦੇ ਉੱਤੇ। ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਹੈ, ਕੀ ਉਹਦੇ ਵਿੱਚ ਸ਼ੁਰੂਆਤੀ ਦੌਰ 'ਚ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੱਕ ਸਿਰਫ ਭਗਤੀ ਦਾ ਕਨਸੈਪਟ ਹੀ ਸੀਗਾ, ਜਾਂ ਪੂਰੀ ਦੀ ਪੂਰੀ ਜੀਵਨ ਜਾਂਚ ਕਿ ਅੱਗੇ ਚੱਲ ਕੇ ਜਿਹੜੀਆਂ ਚੀਜ਼ਾਂ ਲਈ ਸਾਹਮਣਾ ਕਰਨਾ ਪੈਣਾ, ਉਹਦੀ ਤਿਆਰੀ ਮੁੱਢ ਤੋਂ ਹੀ ਸ਼ੁਰੂ ਸੀ? ਜਿੱਦਾਂ ਬਹੁਤ ਰੈਫਰੈਂਸ ਦਿੱਤਾ ਜਾਂਦਾ ਹੈ ਇੱਕ ਗੱਲ ਦਾ, ਜਿਹੜੀ ਇੱਕ ਉਹਨਾਂ ਦੀ ਬਾਣੀ ਦਾ ਸ਼ਬਦ ਆਉਂਦਾ, ਬਹੁਤੇ ਲੋਕ ਗੁਰੂ ਗੋਬਿੰਦ ਸਿੰਘ ਦੀ ਬਾਣੀ ਸ਼ਬਦ ਸਮਝਦੇ ਆ ਉਹਨਾਂ ਨੂੰ, ਜੇ ਕੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨ ਕੀਜੇ। ਯਾਨੀ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਇਹ ਆਭਾਸ ਸੀਗਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਾਨੂੰ ਇੱਕ ਵਿਲੱਖਣ, ਇੱਕ ਵੱਖਰੀ ਕੌਮ ਦੀ ਸਾਜਨਾ ਕਰਨੀ ਪੈਣੀ ਆ, ਤੇ ਇੱਕ ਤਰ੍ਹਾਂ ਦਾ ਨਵਾਂ, ਇੱਕ ਜ਼ੁਲਮ ਦੇ ਖਿਲਾਫ ਇੱਕ ਜਹਾਦ ਕਹਿ ਲਓ, ਜਿਹੜਾ ਇਸਲਾਮੀ ਸ਼ਬਦ ਹੈ, ਜਾਂ ਇੱਕ ਵੱਡਾ ਧਰਮ ਯੁੱਧ ਕਹਿ ਲਓ, ਜਾਂ ਕੁਝ ਵੀ ਸ਼ਬਦ ਤੁਸੀਂ ਉਹਨੂੰ ਕਹਿ ਸਕਦੇ ਹੋ, ਉਹ ਲੜਨਾ ਪਏਗਾ, ਜਿਹੜਾ ਖਾਲਸੇ ਦੇ ਰੂਪ ਵਿੱਚ ਫਿਰ 1699 ਦੀ ਵਿਸਾਖੀ ਦੇ ਦੌਰਾਨ ਜਿਹੜਾ ਉਹ ਵਾਪਰਿਆ। ਇਹਦੇ 'ਚ ਕੋਈ ਝੂਠ ਨਹੀਂ ਹੈਗਾ, ਕਿਉਂਕਿ ਜਿਹੜਾ ਕਨਸੈਪਟ ਸੀ, ਅਸੀਂ ਗੁਰੂ ਨਾਨਕ ਦੇਵ ਜੀ ਨੂੰ ਪਹਿਲਾ ਗੁਰੂ ਮੰਨਦੇ ਹਾਂ, ਤੇ ਉਹ ਪਹਿਲਾ ਇੱਕ, ਤੁਸੀਂ ਕਹਿ ਲਓ, ਇੱਕ ਕਿਸਮ ਦਾ ਇਨਸਾਨ ਸੀ, ਗੁਰੂ ਸੀ, ਜਿਸ ਨੇ ਉਸ ਕੁਰਬਾਨੀ ਦਾ ਵੀ ਜ਼ਿਕਰ ਕੀਤਾ ਕਿ ਜੇ ਤੂੰ ਪਿਆਰ ਕਰਨਾ ਪ੍ਰਭੂ ਦੇ ਨਾਲ, ਤੇ ਪਿਆਰ ਫੋਕਾ ਹੀ ਨਹੀਂ ਕਰਨਾ, ਆਪਣਾ ਸਿਰ ਧਰ ਕੇ ਤਲੀ ਤੇ ਆ। ਇਹਦੇ 'ਚ ਮੈਨੂੰ ਕੋਈ ਇਹਦੇ 'ਚ ਦੁਚਿੱਤੀ ਨਹੀਂ ਹੈਗੀ। ਪਰ ਜਿਹੜੀ ਉਹਦੀ ਫਾਰਮੇਸ਼ਨ ਹੈ ਉਸ ਕਨਸੈਪਟ ਦੀ,
ਉਹਦੀ ਵੱਡੀ ਫਾਰਮੇਸ਼ਨ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਦੇ ਵਿੱਚ ਆਉਂਦੀ। ਔਰ ਹੈਰਾਨੀ ਦੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਵਕਤ ਆਉਂਦਾ ਤਾਂ ਉਹੀ ਉਹਨਾਂ ਦੀ ਜਿਹੜੀ ਸ਼ਕਤੀ ਉਸੇ ਤਰ੍ਹਾਂ ਹੀ ਨੌਨ ਵਾਇਲੈਂਟ ਤਰੀਕੇ ਦੇ ਨਾਲ ਉਹ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਵੀ ਹੋਏ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਦੇਖੋ, ਜਿਹੜਾ ਫਲਸਫਾ ਨਾ ਰਿਲੀਜਨ ਦਾ, ਉਹਦਾ ਨਿਖਰਨਾ ਬੜਾ ਹੀ ਅਜੀਬ ਤਰੀਕੇ ਦੇ ਹਰ ਮੋੜ ਵਿੱਚ ਹੀ ਲੰਘਦਾ। ਡੀ.ਐਲ. ਮੂਡੀ ਜਿਹੜਾ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਫਾਊਂਡਰ ਵੀ ਹੈ, ਉਹਨਾਂ ਦੀ ਇੱਕ ਬਹੁਤ ਵੱਡੀ ਕੋਟੇਸ਼ਨ ਆ ਜਿਹੜੀ ਮੈਂ ਸ਼ੇਅਰ ਕਰਦਾ। The word of God must be observed। ਪ੍ਰਭੂ ਦਾ ਵਚਨ ਜਿਹੜਾ ਸ਼ਬਦ ਆ, ਸ਼ਬਦ ਨੂੰ ਚੰਗੀ ਤਰ੍ਹਾਂ ਘੋਖੋ ਤੇ ਵਿਚਾਰੋ। The word of God must be observed and then it should be interpreted। ਕਿ ਇਹਦਾ ਜਿਹੜਾ ਵਿਆਖਿਆ ਕੀਤੀ ਜਾਵੇ। ਵਿਆਖਿਆ ਦੇ ਬਾਅਦ ਤੀਜੀ ਜਿਹੜੀ ਹਾਲਤ ਆ ਉਹ ਇਹ ਆ ਕਿ ਉਸ ਵਿਆਖਿਆ ਦੇ ਬਾਅਦ ਇਹਦੀ ਐਪਲੀਕੇਸ਼ਨ ਕੀਤੀ ਜਾਏ ਕਿ ਇਹਦੇ ਚੋਂ ਕੀ ਮੂਲ ਅੰਸ਼ ਕੀ ਨਿਕਲਦਾ। ਤੇ ਮੈਂ ਸੋਚਦਾ ਕਿ ਉਹ ਬੂਟਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਲਾਇਆ ਸੀ ਤਾਂ ਜਿਹੜਾ ਪ੍ਰਫੁੱਲਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਕਤ ਦੇ ਵਿੱਚ, ਤਾਂ ਉਹਦੀ ਉਸਾਰੀ ਸ਼ੁਰੂ ਹੋਈ। ਔਰ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਹੈਗਾ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਫਾਊਂਡੇਸ਼ਨ ਸੀ ਉਹ ਰੱਖ ਦਿੱਤੀ ਗਈ ਸੀ ਤੇ ਉਹ ਉਸਰ ਕੇ ਇੱਕ ਸਾਹਮਣੇ ਆਲੀਸ਼ਾਨ ਇਮਾਰਤ ਦੇ ਤੌਰ ਤੇ ਸਾਡੇ ਸਾਹਮਣੇ ਆ ਚੁੱਕੀ ਸੀ। ਹੁਣ ਇਹਦੇ ਵਿੱਚੋਂ ਕਈ ਚੀਜ਼ਾਂ ਐਸੀਆਂ ਵੀ ਨਿਕਲਦੀਆਂ ਕਿ ਮੁਗਲ ਬਾਦਸ਼ਾਹਾਂ ਨੂੰ ਬਾਕੀ ਰਾਜਿਆਂ ਦਾ, ਭਾਵੇਂ ਉਹ ਰਾਜਪੂਤ ਸੀ ਤੇ ਭਾਵੇਂ ਉਹ ਰਾਜਸਥਾਨ ਦੇ ਸੀ ਜਾਂ ਬਾਕੀ ਹਿੰਦੁਸਤਾਨ ਦੇ, ਕੋਈ ਉਹਨਾਂ ਨੂੰ ਖੌਫ ਨਹੀਂ ਸੀ, ਉਹਨਾਂ ਦਾ ਕੋਈ ਭੈ ਭੀਤ ਨਹੀਂ ਸੀ ਹੁੰਦਾ। ਈਵਨ ਅੱਜ ਵੀ ਜੇ ਅੱਜ ਦੀ ਸਰਕਾਰ ਨੂੰ ਜੇ ਕੋਈ ਡਰ ਹੈਗਾ ਤੇ ਉਹ ਕਿਸੇ ਵੀ ਤਰ੍ਹਾਂ ਦਾ, ਇਹ 'ਚ ਬਾਅਦ 'ਚ ਫਿਰ ਕਿਸੇ ਵਕਤ ਗੱਲ ਕਰਾਂਗੇ, ਤਾਂ ਬਾਕੀ ਸਾਰੇ ਸੂਬਿਆਂ ਤੋਂ ਨਹੀਂ ਹੈਗਾ। 28 ਦੇ 28 ਸੂਬਿਆਂ 'ਚੋਂ 4 ਯੂਨੀਅਨ ਟੈਰੀਟਰੀਜ਼, ਉਹਨਾਂ ਤੋਂ ਡਰ ਨਹੀਂ। ਉਹਨਾਂ ਨੂੰ ਸਾਰਾ ਪੰਜਾਬ ਦੇ ਉੱਤੇ ਅੱਖ ਲੱਗੀ ਹੋਈ। ਤੇ ਉਦੋਂ ਵੀ ਮੁਗਲਾਂ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਅੱਖ ਉਗੜਦੀ ਸੀ ਉਹ ਇਹ ਕਹਿੰਦੀ ਸੀ ਕਿ ਵੀ ਡੋਂਟ ਵਾਂਟ ਐਨੀ ਕੰਟਰੀ ਵਿਦਨ ਦਾ ਕੰਟਰੀ, ਐਨੀ ਰਾਜ ਵਿਦਨ ਦਾ ਰਾਜ। ਇਸ ਲਈ ਜਦੋਂ ਉਹ ਨਿਖਰ ਕੇ ਜਦੋਂ 9ਵੀਂ ਪਾਤਸ਼ਾਹੀ ਜੀ ਦਾ ਵਕਤ ਆਇਆ ਤੇ ਉਹਨਾਂ ਦੀ ਸ਼ਹੀਦੀ ਹੋ ਗਈ, ਤਾਂ ਮੈਂ ਸੋਚਦਾ ਕਿ ਇਹ ਇੱਕ ਵੱਡਾ ਚੈਲੰਜ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ, ਹਾਲਾਂਕਿ ਮੇਰਾ ਸਿਰ ਝੁਕਦਾ ਇਸ ਗੱਲ ਲਈ ਕਿ ਉਹਨਾਂ ਨੇ ਛੋਟੀ ਉਮਰ ਦੇ ਵਿੱਚ ਹੀ ਕਿਸ ਤਰ੍ਹਾਂ ਦੇ, ਮੈਂ ਸੋਚਦਾ ਕਿ ਜਦੋਂ ਅਨੰਦਪੁਰ ਸਾਹਿਬ ਆ ਕੇ ਸੈਟਲ ਹੋਏ ਤੇ ਵੱਧ ਤੋਂ ਵੱਧ 8 ਤੋਂ 10 ਜਾਂ 12 ਸਾਲ ਦੇ ਅੰਦਰ ਦੇ ਜਦੋਂ ਆਪਣੇ ਪਿਤਾ ਦੀ ਸ਼ਹੀਦੀ ਲਈ, ਜਦੋਂ ਉਹਨਾਂ ਨੇ, ਪੰਡਤਾਂ ਨੇ ਕਿਹਾ ਕਿ ਇੱਕ ਮਹਾਂਪੁਰਸ਼ ਦੀ ਸ਼ਹੀਦੀ ਦੀ ਲੋੜ ਆ ਤੇ ਇਹ ਜਿਹੜਾ ਕੁਫਰ ਇਹ ਕਹਿ ਰਿਹਾ ਜਿਹੜਾ ਸਾਰੇ ਹਿੰਦੁਸਤਾਨ ਟਲ ਜਾਏਗਾ, ਤੇ ਉਹ ਆਪਣੇ ਪਿਤਾ ਜੀ ਨੂੰ ਕਹਿ ਰਿਹਾ ਕਿ ਇਹਨੂੰ ਵੱਡਾ ਮਹਾਂਪੁਰਸ਼ ਕੀ ਹੋਣਾ, ਤੁਸੀਂ ਜਾਓ ਜਾ ਕੇ ਸ਼ਹੀਦੀ ਦਿਓ। ਇੱਕ ਮੈਂ ਕਹੂੰਗਾ ਬਾਲਕ 8 ਤੋਂ 10 ਸਾਲ ਦਾ ਇਹ ਕਹਿਣਾ ਕੋਈ ਛੋਟੀ ਗੱਲ ਨਹੀਂ ਸੀ। ਤੇ ਮੈਂ ਇਹ ਇੱਕ ਮੋੜ ਆਉਂਦਾ, ਮੈਂ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਦੀ, ਆਪਾਂ ਬਹੁਤਾ ਬਾਹਰ ਚਲੇ ਗਏ ਗੱਲ ਤੋਂ, ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੇ ਫਲਸਫਾ ਲਾਈਫ ਦਾ, ਉਹਦੇ ਵਿੱਚ ਉਹਨਾਂ ਦੇ ਫਲਸਫੇ ਵਿੱਚ ਇਹ ਗੱਲ ਸ਼ਾਮਲ ਹੋ ਗਈ ਕਿ ਜੇ ਜ਼ਾਲਮ ਸਾਡੇ ਉੱਤੇ ਆ ਕੇ ਜ਼ੁਲਮ ਕਰਦਾ ਜਾਂ ਸਾਨੂੰ ਮਾਰਦਾ ਜਾਂ ਕਤਲ ਕਰਦਾ ਤੇ ਭੇਡਾਂ ਵਾਂਗੂ ਸ਼ਹੀਦ ਹੋ ਜਾਣਾ, ਇਹ ਕਾਇਰਤਾ, ਇਹ ਕੋਈ ਖੁਦਾ ਦੀ ਭਗਤੀ ਨਹੀਂ। ਜਿਹਦੇ ਵਿੱਚ ਉਹ ਫਾਰਸੀ ਦਾ ਸ਼ੇਰ ਵੀ ਤੁਹਾਨੂੰ ਪਤਾ ਜਿਹੜਾ ਉਹਨਾਂ ਨੇ ਕਲਮਬੰਦ ਕੀਤਾ, ਤਾਂ ਉਹਦੇ 'ਚ ਹੈ ਕਿ ਜੇ ਜ਼ਾਲਮ ਸਾਡੇ ਤੇ ਜ਼ੁਲਮ ਕਰਦਾ ਤੇ ਤਲਵਾਰ ਦਾ ਚੁੱਕ ਲੈਣਾ ਕੋਈ ਗੁਨਾਹ ਨਹੀਂ ਹੈਗਾ। ਯੂ ਨੋ ਇਟ ਵੈਰੀ ਵੈਲ। ਤਾਂ ਮੈਂ ਸੋਚਦਾ ਕਿ ਸਭ ਤੋਂ ਵੱਡਾ ਮੋੜ ਔਰ ਇੱਕ ਖਾਲਸੇ ਦਾ ਜਨਮ ਜਿਹੜਾ ਤੁਸੀਂ ਤੇ ਮੈਂ ਜਾਂ ਸਾਰੇ ਲੋਕ ਹਾਂ, ਖਾਲਸ ਦਾ ਮਤਲਬ ਸਮਝਣ ਵਾਲਾ ਅਸਲ ਦੇ ਵਿੱਚ ਬਹੁਤ ਗਹਿਰੀ ਗੱਲ ਆ, ਆਪਾਂ ਕਰਾਂਗੇ ਗੱਲ, ਤੁਸੀਂ ਮੈਨੂੰ ਕੁਐਸਚਨ ਕਰਿਓ। ਤੇ ਇਹ ਖਾਲਸੇ ਦੀ ਇੱਕ ਸਿਰਜਣਾ ਤਾਂ ਬੇਸ਼ੱਕ ਪਹਿਲੇ ਗੁਰੂ 'ਚ ਹੋ ਗਈ ਸੀ, ਪਰ ਸਾਜਨਾ ਜਿਹੜੀ ਆ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਹੀ ਹੋਈ ਜੀ। ਡਾਕਟਰ ਸਾਹਿਬ, ਤੁਸੀਂ ਤੇ ਵਿਦਵਾਨ ਹੋ, ਕਿਹਾ ਜਾਂਦਾ ਹੈ ਕਿ ਜਿਹੜਾ ਜਫਰਨਾਮਾ ਦੇ ਵਿੱਚ ਸ਼ਾਇਦ ਇਹ ਜ਼ਿਕਰ ਹੈ ਉਹ ਚੁੰਕਾਰ ਆਜ਼ਮਾ ਹੀਲ ਤੇ ਦਰ ਗੁਰਸ਼ਤ ਜਿਹੜੇ ਫਾਰਸੀ ਦੇ ਅਲਫਾਜ਼ ਨੇ, ਮੈਂ ਕਿਤੇ ਪੜ੍ਹਿਆ ਕਿ ਸ਼ਾਇਦ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਕਲਮ ਚੋਂ ਨਿਕਲੇ ਹੋਏ ਨਹੀਂ, ਉਹਨਾਂ ਨੇ ਉਹ ਹਵਾਲੇ ਵਜੋਂ ਵਰਤੇ ਜ਼ਰੂਰ ਨੇ। ਇਹ ਕਿਸੇ ਹੋਰ ਆਪਣੇ ਜਿਹੜਾ ਇਹਦਾ ਫਾਰਸੀ ਦਾ ਵਿਦਵਾਨ ਹੈ ਉਹਦੇ ਸ਼ਬਦਾਵਲੀ ਸੀਗੀ ਜਿਹੜੀ ਉਹਨਾਂ ਨੇ ਯੂਜ਼ ਕੀਤੀ, ਜਿੱਦਾਂ ਆਪਾਂ ਰੈਫਰੈਂਸ ਵਾਂਗੂ ਯੂਜ਼ ਕਰਦੇ ਹਾਂ ਕਈ ਚੀਜ਼ਾਂ ਨੂੰ, ਦੂਜੇ ਦਾ ਹਵਾਲਾ ਦੇ ਕੇ ਗੱਲ ਸਮਝਾਉਣ ਦੇ ਦੂਜੇ ਨੂੰ। ਤੇ ਇਸੇ ਤਰ੍ਹਾਂ ਹੀ ਠੀਕ ਵੀ ਹੋ ਸਕਦੀ ਕਿ ਨੰਦ ਲਾਲ ਜਿਹੜੇ ਸੀ ਸਭ ਤੋਂ ਵੱਡੇ ਸਕਾਲਰ ਸੀ ਉਹਨਾਂ ਦੇ ਦਰਬਾਰ ਦੇ ਵਿੱਚ, 52 ਸਕਾਲਰ ਸੀ ਪਰਸ਼ੀਅਨ ਦੇ।
ਪਰ ਮੈਂ ਇਹ ਸੋਚਦਾ ਕਿ ਉਦੋਂ ਇਹ ਵਕਤ ਆਮ ਤੌਰ ਤੇ ਸੀ ਕਿ ਈਵਨ ਔਰੰਗਜ਼ੇਬ ਦੇ ਵਕਤ, ਮੁਗਲ ਬਾਦਸ਼ਾਹ ਦੇ ਵਕਤ, ਇਹ ਸ਼ਾਹੀ ਜਿਹੜੇ ਸ਼ਾਇਰ ਸੀ ਉਹ ਹੁੰਦੇ ਸੀ, ਜਿਹੜੇ ਬਾਦਸ਼ਾਹ ਦੇ ਲਈ ਲਿਖਦੇ ਸੀ। ਇਹ ਨਹੀਂ ਵੀ ਬਾਦਸ਼ਾਹ ਸਾਰੇ ਦੇ ਸਾਰੇ ਸਕਾਲਰ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਆਪ ਦੇ ਵਿੱਚ ਵੀ ਇੱਕ ਬੜੇ ਵੱਡੇ ਸਕਾਲਰ ਆ, ਤੇ ਇਹਦੇ 'ਚ ਕੋਈ ਝੂਠ ਨਹੀਂ ਕਿ ਹੋ ਸਕਦਾ ਕਿਸੇ ਹੋਰ ਨਾਲ ਲਿਖੇ ਹੋਣ, ਪਰ ਕਿਸੇ ਹੋਰ ਨੇ ਵੀ ਜੇ ਲਿਖੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਹੀ ਲਿਖੇ। ਬਿਲਕੁਲ ਜੀ, ਪਰ ਆਮ ਤੌਰ ਤੇ ਹੁਣ ਸਾਡੀ ਮਰਿਆਦਾ ਤੇ ਸਾਡੀ ਰਵਾਇਤ ਵਿੱਚ ਇਹੀ ਸ਼ਬਦ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਨਾਲ ਇਸ ਤਰ੍ਹਾਂ ਜੁੜ ਗਏ ਆ ਕਿ ਉਹਨਾਂ ਦੀ ਸ਼ਖਸੀਅਤ ਨਾਲ ਹੂ ਬਹੂ ਮੇਲ ਖਾਂਦੇ ਹੋਣ ਕਰਕੇ ਉਹ ਲੱਗਦਾ ਨਹੀਂਗਾ ਕਿ ਕਿਤੇ ਹੋਰ ਆਏ ਹੋਣ। ਇਦਾਂ ਹੀ ਲੱਗਦਾ ਹੈ ਕਿ ਗੁਰੂ ਸਾਹਿਬਾਂ ਦੀ ਆਪਣੀ ਸੋਚ ਦੀ ਤਰਜਮਾਨੀ ਕਰਨ ਵਾਲੇ ਇਹ ਸ਼ਬਦ ਨੇ। ਬਿਲਕੁਲ ਠੀਕ ਹੈ ਤੁਹਾਡੀ ਗੱਲ। ਹੁਣ ਮਿਸਾਲ ਦੇ ਤੌਰ ਤੇ ਉਹੀ ਗੱਲ ਜਿਹੜੀ ਮੈਂ ਪਹਿਲਾਂ ਕਹੀ ਕਿ ਓਬਜ਼ਰਵ ਦ ਵਰਡ ਆਫ ਗॉड, ਇੰਟਰਪ੍ਰੈਟ ਦ ਵਰਡ ਆਫ ਗॉड ਐਂਡ ਅਪਲਾਈ ਦ ਵਰਡ ਆਫ ਗॉड। ਹੁਣ ਪੋਜੀਸ਼ਨ ਇਹ ਹੈ ਕਿ ਸਾਡੇ ਸਕਾਲਰ ਜਿੰਨੇ ਵੀ ਹੈਗੇ ਆ ਸਿੱਖ ਧਰਮ ਦੇ, ਆਮ ਵੈਰੀ ਕਲੀਅਰ, ਵੈਰੀ ਬਲੰਟ ਇਨ ਸੇਇੰਗ ਇਟ, ਕਿ ਉਹ ਖੋਜ ਨਹੀਂ ਕਰਦੇ। ਜੇ ਉਹ ਖੋਜ ਕਰਨ ਤਾਂ ਬਹੁਤ ਸਾਰੀਆਂ ਚੀਜ਼ਾਂ ਅਜੇ ਵੀ ਬ੍ਰਿਟਿਸ਼ ਜਿਹੜੀ ਲੰਡਨ ਲਾਇਬ੍ਰੇਰੀ ਹੈ ਬ੍ਰਿਟੈਨੀਆ, ਉਹਦੇ ਵਿੱਚ ਬਹੁਤ ਸਾਰੇ ਅਜੇ ਵੀ ਇਤਿਹਾਸਕ ਚੀਜ਼ਾਂ ਉਹ ਪਈਆਂ ਜਿਹੜੀਆਂ ਸਾਡੇ ਕੋਲ ਨਹੀਂ ਸਾਂਭੀਆਂ ਗਈਆਂ, ਜਾਂ ਉਸ ਵਕਤ ਜਦੋਂ ਨਾਦਰ ਸ਼ਾਹ ਵਗੈਰਾ ਦੇ ਹਮਲੇ ਹੁੰਦੇ ਰਹੇ, ਤੇ ਈਵਨ 1984 ਦੇ ਵਿੱਚ ਜਿਹੜਾ ਹਮਲਾ ਇੰਦਰਾ ਗਾਂਧੀ ਨੇ ਕਰਾਇਆ, ਉਹ ਸਾਡੀਆਂ ਕਿਤਾਬਾਂ ਜਿਹੜੀਆਂ ਇਸ ਹਿਸਟਰੀ ਦੀਆਂ ਜਾਂਦੀਆਂ ਰਹੀਆਂ। ਪਰ ਬਹੁਤ ਸਾਰੀਆਂ ਚੀਜ਼ਾਂ, ਜਦੋਂ ਮੈਂ PhD ਕਰ ਰਿਹਾ ਸੀ ਇੱਥੇ ਯੂਨੀਵਰਸਿਟੀ ਦੇ ਸਕੂਲ ਦੇ ਵਿੱਚ ਸੀ, ਤਾਂ ਮੈਂ ਉਹ ਲੰਡਨ ਦੇ ਵਿੱਚ ਜਾ ਕੇ ਆਦਿ ਗ੍ਰੰਥ ਸਾਹਿਬ, ਬੇਸ਼ੱਕ ਤੁਸੀਂ ਉਹਨੂੰ ਹੱਥ ਨਹੀਂ ਲਾ ਸਕਦੇ, ਉਹਨਾਂ ਨੂੰ ਜਦ ਤੁਸੀਂ ਕਹਿ ਦਿਓ ਕਿ ਆਹ ਪੇਜ ਮੈਨੂੰ ਚਾਹੀਦੇ, ਤਾਂ ਉਹ ਬੜੇ ਇਲੈਕਟ੍ਰੋਨਿਕਲੀ ਇੱਕ ਚਿਮਟੇ ਦੇ ਨਾਲ ਕਹਿ ਲਓ ਉਹ ਲੱਦ ਦਿੰਦੇ ਆ, ਪਰ ਉਹਨੂੰ ਉਹ ਮੈਰੀਨੇਟ ਕੀਤਾ ਗਿਆ ਤਾਂ ਕਿ ਉਹਨੂੰ ਹੱਥ ਉਹਦੀ ਲਾਈਫ ਵੱਧ ਸਕੇ, ਯਾਨੀ ਕਿ ਉਹ ਖਰਾਬ ਨਾ ਹੋਵੇ। ਹਾਂਜੀ ਹਾਂਜੀ, ਕਿਉਂਕਿ ਹੱਥ ਦੇ ਨਾਲ ਉਹ ਮੋਇਸਚਰ ਲੱਗਣ ਦੇ ਨਾਲ ਉਹ ਖਰਾਬ ਵੀ ਹੋ ਜਾਂਦੇ। ਤੇ ਇਹ ਲੋੜ ਆ ਸਾਡੇ ਸਿੱਖ ਲੋਕਾਂ ਨੂੰ ਕਿ ਉਹਦੇ 'ਚ ਸਿੱਖ ਸਕਾਲਰ ਜਿਹੜੇ ਰਿਸਰਚ ਕਰਨ ਇੱਕ ਇੱਕ ਗੱਲ ਦੇ ਉੱਤੇ। ਇਹਨਾਂ ਨੂੰ ਤਾਂ ਇਹ ਨਹੀਂ ਪਤਾ ਕਿ ਉੱਥੇ ਹਰਿਮੰਦਰ ਸਾਹਿਬ ਦਾ ਅਲੱਗ ਛੱਡ ਕੇ ਗੁਰੂ ਸਾਹਿਬ ਦੇ ਕੋਲ ਕਿੰਨੇ ਕੁ ਲੋਕਾਂ ਦੀਆਂ ਉਹ ਕਿਤਾਬਾਂ ਸੀ ਜਿਹੜੀਆਂ ਅੱਜ ਜਿਹੜੀਆਂ ਸਾਡੇ ਕੋਲ ਹੈ ਨਹੀਂ, ਉਹਨਾਂ ਨੂੰ ਕਿੱਦਾਂ ਲੱਭਿਆ ਜਾਏ, ਖੋਜ ਨਹੀਂ ਕੀਤੀ ਜਾਂਦੀ। ਤੇ ਖੋਜ ਪੱਤਰ ਜਿਹੜੀ ਹੈਗਾ ਉਹ ਬਹੁਤ ਜ਼ਰੂਰੀ ਆ। ਜੇ ਅੱਜ ਕ੍ਰਿਸਚੈਨਿਟੀ ਸਾਰੀ ਦੁਨੀਆ ਤੇ ਫੈਲੀ ਤਾਂ ਤੁਸੀਂ ਹੈਰਾਨ ਹੋ ਕੇ ਹਜ਼ਾਰਾਂ PhDs ਉਹਨਾਂ ਤੇ ਹਰ ਸਾਲ ਕਰਦੇ ਲੋਕ ਅਲੱਗ-ਅਲੱਗ ਤਰੀਕੇ। ਤੇ ਸਾਡੇ ਜਿਹੜੀ ਉਹ PhD ਕਰਦੇ ਬਹੁਤ ਸਾਰੀਆਂ ਇੱਥੇ ਦੋ ਇੱਕ ਵਾਰੀ ਆ ਗਏ ਇੱਥੇ ਜਿਹੜੇ ਵਾਈਸ ਚਾਂਸਲਰ ਸੀ, ਤੇ ਮੈਂ ਉੱਤੇ ਕਿਹਾ ਬੀਬੀਆਂ ਇੱਥੇ ਬੈਠੀਆਂ, ਇਹਨਾਂ ਨੂੰ ਤੁਸੀਂ ਇਹ ਗੱਲਾਂ ਕਰਾ ਕੇ ਗਾਲਾਂ ਉੱਤੇ PhD ਕਰਨੀ, ਕਿ ਤੁਹਾਡੇ ਕੋਲ ਹੁਣ ਮੁੱਦੇ ਜਿਹੜੇ ਉਹ ਮਰ ਗਏ, ਖਤਮ ਹੋ ਗਏ। ਹਾਂਜੀ, ਤੇ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਉਹ ਨਹੀਂ ਕਰਦੇ। ਮੈਨੂੰ ਚੰਗੀ ਤਰ੍ਹਾਂ ਪਤਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਵਾਈਸ ਚਾਂਸਲਰ ਨਾਲ ਮੇਰੀ ਗੱਲ ਹੋਈ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ 'ਚ, ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕਿਉਂ ਨਹੀਂ ਕਰਦੇ, ਪੈਸੇ ਖਰਚ ਕਰੋ। ਈਵਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਇਹਨਾਂ ਦੀ ਇੰਪਰੋਵਾਈਜ਼ੇਸ਼ਨ ਕਰਨੀ ਚਾਹੀਦੀ, ਇੰਗਲਿਸ਼ ਦੇ ਵਿੱਚ ਟ੍ਰਾਂਸਲੇਸ਼ਨ ਹੋਏ, ਉਹ ਗਲਤ ਹੋਏ ਆ। ਤੇ ਉਹ ਸੁਣਦੇ ਸਾਂਦੇ ਮੁੜ ਕੇ ਕਹਿੰਦੇ ਜੀ ਕਿਹੜੇ ਜੱਬ ਦੇ ਵਿੱਚ ਪੈਣਾ, ਕੀ ਪਤਾ ਮੈਂ ਪਹਿਲੋਂ IAS ਸੀਗਾ, ਉੱਥੋਂ ਮੈਂ ਰਿਟਾਇਰਮੈਂਟ ਲੈ ਕੇ ਹੁਣ ਕਾਉਂਸਲਰ ਲੱਗਾ, ਕੀ ਪਤਾ ਮੈਨੂੰ ਗਵਰਨਰ ਲੈ ਦੇਣ, ਮੈਂ ਕਿਹੜੇ ਜੱਬ 'ਚ ਪੈਣਾ। ਡਾਕਟਰ ਜਸਪਾਲ ਸਿੰਘ ਰਾਣੀ ਸ਼ਾਇਦ ਤੁਸੀਂ ਗੱਲ ਕਰ ਰਹੇ ਹੋ, ਇੰਟੈਲੀਜੈਂਟ ਵਿਅਕਤੀ ਸੀਗੇ। ਵੈਸੇ ਕਿੰਨੀ ਭੈੜੀ ਸੋਚ ਆ। ਵੈਸੇ ਹੁਣ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਮੌਜੂਦਾ ਵਾਈਸ ਚਾਂਸਲਰ ਨੇ, ਬੜੇ ਵਿਦਵਾਨ ਵਿਅਕਤੀ ਨੇ। ਕਿਹਾ ਜਾਂਦਾ ਕਿ ਉਹਨਾਂ ਨੇ ਬਹੁਤ ਗੈਰ ਗੰਭੀਰ ਕੰਮ ਕੀਤੇ ਹੋਏ ਆ ਔਰ ਯੂਨੀਵਰਸਿਟੀ ਨੂੰ ਅੱਗੇ ਲੈ ਕੇ ਜਾਣ ਲਈ ਉਹ ਕਾਫੀ ਯਤਨਸ਼ੀਲ ਨੇ। ਖੈਰ ਚਲੋ, ਵਿਦਵਾਨ ਹੈ ਨੇ ਸਾਡੇ 'ਚ ਵੀ, ਐਸੀ ਗੱਲ ਨਹੀਂ ਆ। ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨ ਦੇ ਉੱਤੇ ਗੱਲ ਕਰ ਰਹੇ ਹਾਂ ਡਾਕਟਰ ਸਾਹਿਬ। ਜਿਵੇਂ ਤੁਸੀਂ ਦੱਸਿਆ ਕਿ 9 ਸਾਲ ਦੀ ਏਜ ਦੇ ਹਵਾਲੇ ਮਿਲਦੇ ਆ ਜਦੋਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੇ ਆਇਆਂ ਦੇ ਉੱਤੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਖ ਕਿਹੜਾ ਹੈ ਜਿਹੜਾ ਇਹ ਕੁਰਬਾਨੀ ਕਰ ਸਕਦਾ ਹੈ। ਇੱਕ ਬਹੁਤ ਵੱਡਾ ਇੱਕ ਦਲੇਰਾਨਾ ਕਦਮ ਕਿਹਾ ਜਾ ਸਕਦਾ। ਪਰ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਰਹਿੰਦੇ ਆ ਤੇ ਉਹਨਾਂ ਦੀ ਜਿਹੜੀ ਕਾਰਜਸ਼ੈਲੀ ਆ, ਜਿਸ ਤਰੀਕੇ ਨਾਲ ਨਗਾਰੇ ਇਹ ਉਹ, ਤੇ 22 ਧਾਰ ਦੇ ਹਿੰਦੂ ਰਾਜਿਆਂ ਨਾਲ ਕਨਫਲਿਕਟ ਬਾਰੇ ਥੋੜੀ ਜਿਹੀ ਸਾਨੂੰ ਗੱਲ ਸਮਝਾਓ ਕਿ 22 ਧਾਰ ਦੇ ਰਾਜੇ ਜਿਹੜੇ ਸੀ, ਹਿੰਦੂ ਰਾਜੇ ਸੀ, ਹਾਲਾਂ ਜਿਹੜੇ ਸਿੱਖ ਗੁਰੂ ਨੇ ਉਹਨਾਂ ਦਾ ਪਿਛੋਕੜ ਸਾਰਾ ਹਿੰਦੂ ਧਰਮ 'ਚੋਂ ਆਇਆ ਸੀਗਾ, ਤੇ ਅਜੇ ਖਾਲਸਾ ਵੀ ਨਹੀਂ ਸੀ ਸਾਜਿਆ ਗਿਆ। ਤੇ ਕੀ ਕਨਫਲਿਕਟ ਹੋਏ ਕਿ ਉਹ 22 ਧਾਰ ਦੇ ਰਾਜੇ ਗੁਰੂ ਸਾਹਿਬਾਂ ਦੇ ਪਿੱਛੇ ਪੈ ਗਏ ਔਰ ਲਗਾਤਾਰ ਉਹ ਹਮਲੇ ਕਰਦੇ ਰਹੇ, ਕਿੰਨੇ ਉਹਨਾਂ ਨਾਲ ਯੁੱਧ ਲੜਨੇ ਪਏ,
ਤੇ ਅਖੀਰ ਤੱਕ ਉਹ ਮੁਗਲਾਂ ਦੀ ਸਹਾਇਤਾ ਨਾਲ ਗੁਰੂ ਸਾਹਿਬ ਨੂੰ ਅਨੰਦਪੁਰੋਂ ਕਿਸੇ ਤਰ੍ਹਾਂ ਬਾਹਰ ਕੱਢਣ 'ਚ ਕਾਮਯਾਬ ਹੋ ਜਾਂਦੇ ਆ। ਇਹਦੇ ਪਿੱਛੇ ਕੀ ਕਨਫਲਿਕਟ ਲੱਗਦੇ ਆ ਤੁਹਾਨੂੰ, ਤੇ ਕਿਹੜੀਆਂ ਚੀਜ਼ਾਂ ਇਤਿਹਾਸਕਾਰਾਂ ਸਾਡੇ ਸਾਹਮਣੇ ਸਹੀ ਰੂਪ 'ਚ ਲਿਆਂਦੀਆਂ ਨੇ? ਬਹੁਤ ਸਾਰੀਆਂ ਚੀਜ਼ਾਂ ਬੜੀਆਂ ਕੰਪਲੈਕਸ ਹੈਗੀਆਂ। ਪਹਿਲੀ ਤਾਂ ਜਿਹੜੇ ਬੰਦੇ ਆਏ ਨਾ, ਮਤਲਬ ਪੰਡਤ ਜਿਹੜੇ ਆਏ, ਉਹ ਪੰਡਤ ਨਹੀਂ ਸੀ ਇਕੱਲੇ, ਉਹ ਰਾਜੇ ਵੀ ਸੀ, ਉਹ ਰਾਜੇ ਵੀ ਨਾਲ। ਅੱਛਾ ਜੀ। ਤੇ ਉਹ ਅਸਲ 'ਚ ਉਹ ਐਵੇਂ ਨਹੀਂ ਕਹਿ ਰਹੇ ਸੀਗੇ ਕਿ ਉੱਥੇ ਕੁਰਬਾਨੀ ਦੀ ਲੋੜ ਆ। ਪੁਰਾਣਾ ਦੇ ਵਿੱਚ ਇੱਕ ਸ਼ਲੋਕ ਆਉਂਦਾ, ਉਹਦਾ ਮਤਲਬ ਇਹ ਆ ਕਿ ਜੀ ਪਿੱਥਮ ਸੋ ਉਤਸਮ ਬਲੀਦਾਨਮ, ਕਿ ਜਿਹੜਾ ਉਹ ਪਿਤਾ ਜਿਹੜਾ ਉਹਦਾ ਸਭ ਤੋਂ ਉੱਤਮ ਜਿਹੜਾ ਬਲੀਦਾਨ ਕਰੇਗਾ, ਉਹਦੇ ਨਾਲ ਸਾਡਾ ਛੁਟਕਾਰਾ ਹੋਊਗਾ। ਉਹ ਜਾਣਦੇ ਸੀਗੇ ਕਿ ਜ਼ੁਲਮ ਸਾਡੇ ਤੇ ਹੋ ਰਿਹਾ, ਤੇ ਮਲੋ ਮਲੀ ਸਾਨੂੰ ਕਨਵਰਟ ਕੀਤਾ ਜਾ ਰਿਹਾ, ਸਾਡੀਆਂ ਰਾਣੀਆਂ, ਸਾਡੇ ਬੱਚਿਆਂ ਨੂੰ ਖੋਇਆ ਜਾ ਰਿਹਾ। ਤੇ ਉਹ ਇਸ ਕਨਸੈਪਟ ਨਾਲ ਕਿ ਜਿਹੜਾ ਪੁਰਸ਼ ਆਪਾਂ ਤਾਂ ਆਮ ਸਧਾਰਨ ਕਹਿ ਦਿੰਦੇ ਨਾ ਪੁਰਸ਼, ਅਸਲ 'ਚ ਜਿਹੜਾ ਉਹ ਪੁਰਾਣਾ ਦੇ ਵਿੱਚ ਲਫ਼ਜ਼ ਪੁਰਸ਼ਾ ਦਾ ਮਤਲਬ ਹੈ ਅਕਾਲ ਪੁਰਸ਼ਾ। ਉਹ ਪੁਰਸ਼ ਵੀ ਹੈ, ਜਿਹਨੂੰ ਪੁਰਖ ਕਹਿੰਦੇ ਅਸੀਂ, ਉਹ ਪੁਰਸ਼ ਵੀ ਹੈ ਤੇ ਉਹ ਅਕਾਲ ਵੀ, ਉਹਨੂੰ ਮੌਤ ਵੀ ਨਹੀਂ। ਉਹ ਉਸੇ ਕਨਸੈਪਟ ਦੇ ਵਿੱਚ ਆਏ ਸੀ ਕਿ ਤੁਹਾਡੇ ਤੋਂ ਵੱਡਾ ਸਾਨੂੰ ਹੋਰ ਕੋਈ ਮਹਾਂਪੁਰਸ਼ ਨਹੀਂ ਲੱਗਦਾ, ਯੂ ਆਰ ਪੁਰਸ਼ਾ, ਤੇ ਤੁਹਾਡੇ ਕੁਰਬਾਨੀ ਦੇਣ ਦੇ ਨਾਲ ਹੀ ਸਾਡੀ ਨਿਜਾਤ ਹੋਣੀ। ਹੁਣ ਤੁਸੀਂ ਹੈਰਾਨ ਹੋ ਗਏ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੰਟਰੋਵਰਸ਼ਲ ਵੀ ਆ। ਮਿਸਾਲ ਦੇ ਤੌਰ 'ਤੇ ਗੁਰੂ ਜੀ ਦਾ ਆਜ਼ਾਦੀ ਲਈ ਨਾਅਰਾ ਲਾਉਣਾ, ਅੱਜ ਵੀ ਮੈਨੂੰ ਕਈ ਚੀਜ਼ਾਂ ਜਿਹੜੀਆਂ ਉਹ ਮੇਰੇ ਸਾਹਮਣੇ ਆਉਂਦੀਆਂ। ਮੈਂ ਇਸ ਲੇਡੀ ਦਾ ਨਾਂ ਲੈਂਦਾ, ਉਹਦਾ ਨਾਂ ਹੈਗਾ ਚਾਹਲ ਕੌਰ, ਲਿਖਦੀ ਆ ਆਪਣਾ ਨਾਂ। ਤੇ ਉਹ ਮੈਨੂੰ ਕਹਿੰਦੀ ਵੀ ਅੱਗੇ ਤੁਸੀਂ 1984 ਦੇ ਵਿੱਚ ਬੰਦੇ ਸਾਡੇ ਕੋਲ ਮਰਾਤੇ, ਹੁਣ ਸਾਡਾ ਕੀ ਕਰਨਾ, ਹੁਣ ਫੇਰ ਮਰਾਉਣੇ। ਮੈਂ ਕਿਹਾ ਬੀਬਾ ਤੈਨੂੰ ਕੌਣ ਕਹਿੰਦਾ, ਤੂੰ ਨਾ ਜਾ, ਨਾ ਮਰ ਤਾਂ ਵੀ ਤੂੰ ਜਾਣਾ, ਜਾਂ ਤਾਂ ਆਜ਼ਾਦੀ ਨਾ ਮਰ ਜਾ, ਜਾਂ ਮਤਲਬ ਇੱਥੇ ਮਤਲਬ ਬੈਠੀ ਮਰ ਜਾ। ਪੜ੍ਹੀ ਲਿਖੀ ਲੱਗਦੀ ਮੈਨੂੰ ਉਹ ਲੇਡੀ ਤੋਂ। ਦਾ ਮੇਰਾ ਮਤਲਬ ਕਿ ਅੱਜ ਵੀ ਜਦੋਂ ਤੁਸੀਂ ਇੱਕ ਗੱਲ ਕਰੋਗੇ ਨਾ, ਅੱਜ ਵੀ ਜਦ ਤੁਸੀਂ ਗੱਲ ਕਰਦੇ ਕਿ ਸਿੱਖ ਕੌਮ ਨੂੰ ਅਸੀਂ ਇੱਕ ਅਲੱਗ ਦੇਸ਼ ਚਾਹੀਦਾ, ਸਾਡੀ ਕੋਈ ਐਂਟੀਟੀ ਨਹੀਂ, ਤੇ ਅੱਜ ਵੀ ਮੈਂ ਸੋਚਦਾ ਕਿ 80% ਤੋਂ ਵੱਧ ਜਿਹੜੇ ਉਹ ਡਰ ਜਾਂਦੇ ਤੇ ਕਹਿੰਦੇ ਵੀ ਨਹੀਂ ਯਾਰ ਅਸੀਂ ਠੀਕ ਹੈਗੇ, ਠੀਕ ਠਾਕ ਹੀ ਆ, ਤੁਸੀਂ ਐਵੇਂ ਕੈਨੇਡਾ 'ਚ ਬੈਠੇ, ਅਮਰੀਕਾ ਦੇ ਵਿੱਚ ਬੈਠੇ ਤੇ ਗੱਲਾਂ ਕਰਕੇ ਸਾਨੂੰ ਮਰਵਾ ਨਾ ਦਿਓ ਕਿਤੇ। ਤਾਂ ਉਦੋਂ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੀ ਆਜ਼ਾਦੀ ਦੀ ਗੱਲ ਕਰਦੇ ਸੀ ਇਸ ਕੌਮ ਲਈ, ਤੇ ਤੁਹਾਨੂੰ ਦੱਸਦੇ ਸੀ ਕਿ ਆਏ ਹਿੰਦੂਓ, ਤੁਹਾਡੇ ਲਈ ਜੇ ਬਚਣ ਦਾ ਕੋਈ ਚਾਂਸ ਆ ਤੇ ਇਸੇ ਵਿੱਚ ਆ ਕਿ ਤੁਸੀਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰੋ। ਤੇ ਉਦੋਂ ਵੀ ਜਿਹੜੇ ਉਹ ਰਾਜੇ ਸੀ, ਉਹ ਮੁਗਲਾਂ ਕੋਲੋਂ ਨਹੀਂ ਸੀ ਬਹੁਤੇ ਡਰਦੇ, ਉਹਨਾਂ ਦਾ ਕੰਪਰੋਮਾਈਜ਼ ਕਰਦੇ ਸੀਗੇ ਕਿ ਲਓ ਜੀ ਤੁਹਾਨੂੰ ਜੋ ਕੁਝ ਚਾਹੀਦਾ, ਤੁਹਾਨੂੰ ਟੈਕਸ ਵੀ ਦੇਵਾਂਗੇ, ਸਾਡੀਆਂ ਭਾਵੇਂ ਜਨਾਨੀਆਂ ਵੀ ਲੈ ਜਾਓ, ਸਾਡੀਆਂ ਕੁੜੀਆਂ ਵੀ ਚੁੱਕ ਕੇ ਲੈ ਜਾਓ, ਨੋ ਪ੍ਰੋਬਲਮ। ਪਰ ਇਹ ਆ ਵੀ ਮਹਾਰਾਜ ਸਾਡਾ ਜਿਹੜੀ ਹਕੂਮਤ ਹੈ ਉਹ ਕਾਇਮ ਰਹੇ। ਤੇ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵੱਡੇ ਦੁਸ਼ਮਣ ਜਿਹੜੇ ਸੀ, ਉਹ ਮੁਗਲਾਂ ਨੂੰ ਛੱਡ ਕੇ ਜਿਹੜੇ ਸੀ, ਉਹ 12 ਧਰ ਦੇ ਜਿਹੜੇ ਇਹ ਰਾਜੇ ਸੀ ਉੱਧਰਲੇ, ਇਹ ਉਹੀ ਸੀਗੇ ਰਾਜੇ ਜਿਹੜੇ ਕੰਪਰੋਮਾਈਜ਼ ਕਰਦੇ ਸੀ। ਅੱਜ ਵੀ ਹਿੰਦੁਸਤਾਨ ਦੇ ਵਿੱਚ ਕੰਪਰੋਮਾਈਜ਼ਿੰਗ ਸਪਿਰਿਟ ਜਿਹੜੀ ਆ ਉਹ ਸਿੱਖ ਕੌਮ ਦੇ ਵਿੱਚ ਬੜੀ ਭਾਰੂ ਆ। ਇਸੇ ਕਰਕੇ ਜਿਹੜੀ ਲੁੱਟ, ਜਿਹੜੀ ਆਪਾਂ ਬਾਹਰ ਚਲੇ ਗਏ, ਜਿਹੜੀ ਲੁੱਟ ਉਹ ਜਾਂ ਏਡੀ ਬਰਬਾਦੀ ਕਾਂਗਰਸ ਨੇ ਜਾਂ ਕਿਸੇ ਹੋਰ ਨੇ ਨਹੀਂ ਕੀਤੀ, ਉਹ ਸਾਰੀ ਜਿਹੜੀ ਅਕਾਲੀ ਪਾਰਟੀ ਨੇ ਕੀਤੀ ਹੈ, ਉਹ ਸਾਡੇ ਸਿੱਖ ਭਰਾਵਾਂ ਨੇ ਹੀ ਕੀਤੀ ਹੈ। ਤੇ ਇਸ ਲਈ ਉਦੋਂ ਵੀ ਇਹੋ ਕਨਸੈਪਟ ਸੀ ਕਿ ਡਰਦੇ ਜਿਹੜੇ ਸੀ ਲੋਕ, ਉਹ ਹਾਂ ਦਾ ਨਾਰਾ ਮਾਰਨ ਤੋਂ ਵੀ ਡਰਦੇ ਸੀ। ਇੱਥੋਂ ਤੱਕ ਕਿ ਸੋਢੀ ਕੌਮ ਨੇ, ਯੂ ਰਿਮੈਂਬਰ ਲਾਸਟ ਟਾਈਮ ਜਦ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਆਪਾਂ ਗੱਲ ਕਰ ਰਹੇ ਸੀ, ਤੇ ਮੈਂ ਕਹਿੰਦਾ ਸੀ ਕਿ ਜੇ ਸੋਢੀ ਤਾਂ ਸਿੱਖ ਕੌਮ ਗੁਰੂ ਗੋਬਿੰਦ ਸਿੰਘ ਨਾਲ ਖੜੀ ਹੋ ਜਾਂਦੀ ਤਾਂ ਤਵਾਰੀਖ ਜਿਹੜੀ ਹਿੰਦੁਸਤਾਨ ਦੀ ਕੁਝ ਹੋਰ ਹੋਣੀ ਸੀ। ਉਹਨਾਂ ਨੇ ਗੁਰੂ ਜੀ ਨੂੰ ਉੱਥੇ ਵੜਨ ਨਹੀਂ ਦਿੱਤਾ, ਗੁਰੂ ਤੇਗ ਬਹਾਦਰ ਜੀ ਨੂੰ ਵੜਨ ਦਿੱਤਾ, ਤਾਂ ਸਪੋਰਟ ਕੀ ਕਰਨੀ ਸੀ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਜਿਹੜੇ 40 ਮੁਕਤੇ ਸੀ ਉਹ ਛੱਡ ਕੇ ਚਲੇ ਗਏ। ਔਰ ਗੁਰੂ ਗੋਬਿੰਦ ਸਿੰਘ ਜੀ ਦਾ ਉੱਥੋਂ ਨਿਕਲਣਾ ਅਨੰਦਪੁਰ ਸਾਹਿਬ ਦੇ ਵਿੱਚੋਂ ਇੱਕ ਬੜੀ ਵੱਡੀ ਟ੍ਰੈਚਰੀ, ਇੱਕ ਬੜਾ ਵੱਡੀ ਕੰਸਪਾਇਰੇਸੀ ਸੀ, ਜਿੱਥੋਂ ਨਿਕਲ ਕੇ ਹਾਲਾਂਕਿ ਇੱਕ ਉਹਨਾਂ ਦਾ ਬੱਚਾ ਸ਼ਹੀਦ ਹੋ ਗਿਆ, ਉਹਨਾਂ ਦੀਆਂ ਰਾਣੀਆਂ ਜਿਹੜੀਆਂ ਸੀ ਉਹ ਕੈਪਟਿਵ ਹੋ ਗਈਆਂ, ਤੇ ਉੱਥੋਂ ਨਿਕਲ ਕੇ yet he did not lose courage। ਔਰ ਉਹਨਾਂ ਨੇ ਜਾ ਕੇ ਨੰਦੇੜ ਦੇ ਵਿੱਚ ਜਾ ਕੇ ਇੱਕ ਬੰਦਾ ਜਿਹੜਾ ਸੀਗਾ ਉਹਨੂੰ ਬੰਦਾ ਬਹਾਦਰ ਦਾ ਰੂਪ ਦੇ ਕੇ, ਖਾਲਸਾ ਰੂਪ ਦੇ ਕੇ ਪੰਜਾਬ ਨੂੰ ਆਜ਼ਾਦ ਕਰਾਇਆ ਜੀ। Am I right? ਅੱਛਾ ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਕੁਝ ਇੱਕ ਚੀਜ਼ਾਂ ਬਾਰੇ ਹੋਰ ਜਾਣਕਾਰੀ ਲੈਣੀ ਆ। ਮੇਰਾ ਖਿਆਲ ਹੈ ਕਿ ਇੱਕ ਆਪਾਂ ਛੋਟਾ ਜਿਹਾ ਬ੍ਰੇਕ ਲੈ ਲਈਏ।
ਫਿਰ ਆਪਾਂ ਬ੍ਰੇਕ ਤੋਂ ਬਾਅਦ ਪਾਰਟ 2 ਦੇ ਵਿੱਚ ਕੁਝ ਗੱਲਾਂ ਮੈਂ ਤੁਹਾਨੂੰ ਪੁੱਛਣੀਆਂ ਨੇ। ਜਿਵੇਂ ਤੁਸੀਂ ਪ੍ਰਾਣਾ ਦਾ ਹਵਾਲਾ ਦੇ ਕੇ ਇੱਕ ਗੱਲ ਕੀਤੀ ਆ, ਮੇਰੇ ਜ਼ਿਹਨ 'ਚ ਕੋਈ ਸਵਾਲ ਆ ਰਹੇ ਨੇ, ਕੁਝ ਇੱਕ ਚੀਜ਼ਾਂ ਉਹਦੇ ਨਾਲ ਰਿਲੇਟਡ ਆਪਾਂ ਕਰਾਂਗੇ। ਤੇ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਗੁਰੂ ਘਰ ਦੇ ਵਿੱਚ ਪਿਆ ਹੋਇਆ ਬਖੇੜਾ ਸੀਗਾ, ਰਾਮ ਰਾਈਏ, ਧੀਰ ਮਲੀਏ, ਮੀਣੇ, ਉਹਨਾਂ ਨੇ ਸਿੱਖੀ ਦੀ ਜਿਹੜੀ ਪਰੰਪਰਾ ਉਹਨੂੰ ਬੜੀ ਵੱਡੀ ਢਾਲ ਲਾਈ। ਤੇ ਇਹਦੇ ਉੱਤੇ ਵੀ ਮੇਰੇ ਕੋਲ ਕੁਝ ਇੱਕ ਸਵਾਲ ਹੋਣਗੇ ਤੁਹਾਡੇ ਲਈ। ਤੇ ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਆ ਤੇ ਅਗਲੇ ਪਾਰਟ ਦੇ ਵਿੱਚ ਆਪਾਂ ਖੁੱਲ ਕੇ ਇਹਨਾਂ ਉੱਤੇ ਵੀ ਗੱਲਾਂ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ, ਸਿੱਖੀ ਦੇ ਜਿਹੜਾ ਇੱਕ ਮਹਾਨ, ਇੱਕ ਵੱਡਾ ਉਹਨਾਂ ਨੇ ਸਾਨੂੰ ਫਲਸਫਾ ਦਿੱਤਾ, ਬਾਅਦ ਵਿੱਚ ਉਹਨੂੰ ਖਾਲਸੇ ਦਾ ਰੂਪ ਦਿੱਤਾ, ਉਹਦੇ ਤੇ ਮੈਂ ਤੁਹਾਡੇ ਕੋਲ ਜਾਣਕਾਰੀ ਜਿਹੜੀ ਆ ਉਹ ਲੈਣੀ ਆ। ਜਿਹੜੀ ਫਿਲਾਸਫੀ ਆ ਉਹ ਵੀ ਆਪਣੀ ਥਾਂ, ਪਰ ਜਿਹੜਾ ਉਹਨੂੰ ਪ੍ਰੈਕਟੀਕਲ ਸ਼ੇਪ ਦਿੱਤੀ ਆ ਉਹਦੇ ਉੱਤੇ ਵੀ ਆਪਾਂ ਤੁਹਾਡੇ ਨਾਲ ਥੋੜੀ ਜਿਹੀ ਗੱਲਬਾਤ ਕਰਾਂਗੇ। ਸੋ ਦਰਸ਼ਕੋ, ਕਿਤੇ ਜਾਣਾ ਨਹੀਂ, ਆਪਾਂ ਪਾਰਟ 2 ਲੈ ਕੇ ਇਮੀਡੀਏਟਲੀ ਵਾਪਸ ਆ ਰਹੇ ਹਾਂ।